हाँ जी, स्वागत है दोस्तों साਰਿਆਂ ਦਾ स्टडी फाइटर ਦੇ ਵਿੱਚ। ਅੱਜ ਅਸੀਂ ਦਿਸ਼ਾ ਤੇ ਦੂਰੀ ਵਾਲਾ ਜੋ ਟੌਪਿਕ ਸੀ ਇਸ ਦੀ ਸੈਕਿੰਡ ਵੀਡੀਓ ਬਣਾ ਰਹੇ ਹਾਂ। ਇਸ ਤੋਂ ਪਹਿਲਾਂ ਜੋ ਫਸਟ ਵੀਡੀਓ ਸੀ ਉਹਦੇ ਵਿੱਚ ਅਸੀਂ ਡਾਇਰੈਕਸ਼ਨਸ ਬਾਰੇ ਸਮਝ ਲਿਆ ਸੀ, ਐਂਗਲਸ ਬਾਰੇ ਵੀ ਸਮਝਿਆ ਸੀ, ਉੱਤੇ ਕੁਝ ਸਵਾਲ ਵੀ ਕੀਤੇ ਸੀ। ਸੋ ਅੱਜ ਅਸੀਂ ਕੁਝ ਸਵਾਲਾਂ ਦੀ ਪ੍ਰੈਕਟਿਸ ਕਰਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਥੋੜ੍ਹਾ ਜਿਹਾ ਬੇਸਿਕ ਦੱਸ ਦਿੰਦੇ ਹਾਂ, ਕਿਉਂਕਿ ਕੁਝ ਦੋਸਤਾਂ ਦਾ ਸ਼ਾਇਦ ਕੋਈ ਡਾਊਟ ਰਹਿ ਗਿਆ ਹੋਵੇ ਪਹਿਲਾਂ ਵਾਲੀ ਵੀਡੀਓ ਦੇਖ ਕੇ ਵੀ। ਦੇਖੋ ਜੀ, ਇਹ ਆਪਣੀਆਂ ਦਿਸ਼ਾਵਾਂ ਨੇ, ਠੀਕ ਹੈ ਜੀ। ਇਹ ਹੁੰਦੀ ਆ ਉੱਤਰ ਭਾਵ ਨੌਰਥ, ਇਹ ਹੈ ਸਾਡੀ ਦੱਖਣ ਦਿਸ਼ਾ ਜਿਹਨੂੰ ਅਸੀਂ ਸਾਊਥ ਆਖਦੇ ਹਾਂ। ਇਹ ਦਿਸ਼ਾ ਹੈ ਸਾਡੀ ਈਸਟ ਭਾਵ ਪੂਰਬ ਦਿਸ਼ਾ, ਠੀਕ ਹੈ ਜੀ। ਇਹ ਹੈ ਸਾਡਾ ਵੈਸਟ ਭਾਵ ਪੱਛਮ ਦਿਸ਼ਾ, ਠੀਕ ਹੈ ਜੀ। ਇਸ ਤਰੀਕੇ ਨਾਲ ਇਹ ਚਾਰ ਦਿਸ਼ਾਵਾਂ ਸੀ। ਇਹਨਾਂ ਦੇ ਬੇਸ 'ਤੇ ਖੱਬਾ ਸੱਜਾ ਸਮਝੋ, ਕਿਉਂਕਿ ਖੱਬੇ ਸੱਜੇ ਆ ਚੇਂਜ ਹੁੰਦਾ ਦਿਸ਼ਾ ਦੇ ਅਕੋਰਡਿੰਗ। ਦੇਖੋ, ਜਦ ਕੋਈ ਵਿਅਕਤੀ ਉੱਤਰ ਵੱਲ ਨੂੰ ਜਾ ਰਿਹਾ ਤਾਂ ਇਹ ਉਸ ਦਾ ਖੱਬਾ ਭਾਵ ਲੈਫਟ ਹੈਂਡ ਹੈਗਾ, ਇਹ ਉਸ ਦਾ ਰਾਈਟ ਹੈਂਡ ਹੈ ਜਦ ਕੋਈ ਉੱਤਰ ਵੱਲ ਨੂੰ ਜਾ ਰਿਹਾ ਹੈ। ਜਦ ਕੋਈ ਵਿਅਕਤੀ ਜਾ ਰਿਹਾ ਪੂਰਬ ਵੱਲ ਨੂੰ ਤਾਂ ਇਹ ਖੱਬਾ ਅਤੇ ਇਹ ਸੱਜਾ ਭਾਵ ਇਹ ਉਸ ਦਾ ਕਿਹੜਾ ਹੈਗਾ, ਲੈਫਟ ਹੈਂਡ ਹੈਗਾ, ਲੈਫਟ ਹੈਂਡ। ਇਹ ਉਸ ਦਾ ਰਾਈਟ ਹੈਂਡ। ਅਤੇ ਜਦ ਕੋਈ ਇਸ ਤਰ੍ਹਾਂ ਜਾ ਰਿਹਾ ਦੱਖਣ ਵੱਲ ਨੂੰ ਤਾਂ ਇਹ ਲੈਫਟ ਹੈ, ਇਹ ਰਾਈਟ ਹੈ। ਜਦ ਕੋਈ ਜਾ ਰਿਹਾ ਇਸ ਤਰ੍ਹਾਂ ਪੱਛਮ ਵੱਲ ਨੂੰ ਤਾਂ ਇਹ ਲੈਫਟ ਹੈ, ਇਹ ਰਾਈਟ ਹੈ। ਤਾਂ ਇਹਨੂੰ ਯਾਦ ਕਰਨ ਦਾ ਤਰੀਕਾ ਕੀ ਹੈ, ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ। ਦੇਖੋ, ਇਹਨੂੰ ਇਸ ਤਰ੍ਹਾਂ ਡਾਇਗਰਾਮ ਦੇ ਵਿੱਚ ਲਿਖੋ। ਇੱਥੇ ਲਿਖੋ ਤੁਸੀਂ ਰਾਈਟ ਲੈਫਟ, ਫਿਰ ਲਿਖੋ ਰਾਈਟ, ਫਿਰ ਲਿਖੋ ਲੈਫਟ, ਰਾਈਟ ਲੈਫਟ, ਰਾਈਟ ਲੈਫਟ। ਤਾਂ ਇਸ ਤਰ੍ਹਾਂ ਦੇਖੋ ਡਾਇਗਰਾਮ ਆਟੋਮੈਟਿਕਲੀ ਤਿਆਰ ਹੋ ਗਈ। ਤਾਂ ਸਾਨੂੰ ਦਿਸ਼ਾ ਦੇ ਅਕੋਰਡਿੰਗ ਖੱਬਾ ਸੱਜਾ ਦੇਖਣਾ ਪਵੇਗਾ। ਸੋ ਸਵਾਲ ਸਟਾਰਟ ਕਰਦੇ ਹਾਂ ਜੀ। ਪਹਿਲਾ ਸਵਾਲ ਤੁਹਾਨੂੰ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਹੈ। ਨਾਲ ਦੀ ਨਾਲ ਅਸੀਂ ਸਟੇਟਮੈਂਟ ਪੜ੍ਹਾਂਗੇ ਅਤੇ ਨਾਲ ਦੀ ਨਾਲ ਡਾਇਗਰਾਮ ਬਣਾਵਾਂਗੇ ਤਾਂ ਕਿ ਸਾਡਾ ਬਹੁਤਾ ਸਮਾਂ ਬਰਬਾਦ ਨਾ ਹੋਵੇ, ਅਸੀਂ ਇੱਕਦਮ ਸਵਾਲ ਦਾ ਸੋਲੂਸ਼ਨ ਪਾ ਸਕੀਏ। ਦੇਖੋ ਜੀ, ਦਿਸ਼ਾਵਾਂ ਅਸੀਂ ਲੈ ਲਈਆਂ ਨੇ। ਇੱਕ ਦਿਨ ਹਰੀ ਨੇ 10 ਕਿਲੋਮੀਟਰ ਦੱਖਣ ਵੱਲ ਸਾਈਕਲ ਚਲਾਇਆ। ਦੱਖਣ ਦਿਸ਼ਾ ਹੇਠਾਂ ਵੱਲ ਨੂੰ ਹੋ ਗਈ, ਠੀਕ ਹੈ। ਜਿਵੇਂ ਦੇਖੋ, ਤੁਹਾਨੂੰ ਪਹਿਲਾਂ ਅਸੀਂ ਦੱਸ ਚੁੱਕੇ ਹਾਂ। ਤਾਂ ਉਸਨੇ 10 ਕਿਲੋਮੀਟਰ ਸਾਈਕਲ ਚਲਾਏਗਾ ਤਾਂ ਇਹ ਹੈ 10, ਮੰਨ ਕੇ ਚਲੋ ਵੀ ਇੱਥੇ ਤੱਕ 10 ਹੋ ਗਿਆ, ਠੀਕ ਹੈ ਜੀ। ਮੰਨ ਲਿਆ ਅਸੀਂ ਨਹੀਂ। ਤਾਂ ਹੁਣ ਕੀ ਕਹਿ ਰਹੇ ਨੇ, ਕਹਿੰਦੇ ਸੱਜੇ ਮੁੜਿਆ ਅਤੇ ਸਾਈਕਲ ਚਲਾਇਆ 5 ਕਿਲੋਮੀਟਰ, ਠੀਕ ਹੈ ਜੀ। ਤਾਂ ਹੁਣ ਇੱਥੇ ਉਹਨੇ ਕੀ ਕੀਤਾ, ਸੱਜੇ ਮੁੜਿਆ, ਉਹਦਾ ਸੱਜਾ ਇਹ ਹੈ। ਪਹਿਲਾਂ ਇਹ 10 ਸੀ, ਫਿਰ ਉਹ 5 ਮੁੜਿਆ, ਠੀਕ ਹੈ ਜੀ। ਉਸ ਤੋਂ ਬਾਅਦ ਸੱਜੇ ਮੁੜਿਆ ਅਤੇ 10 ਕਿਲੋਮੀਟਰ ਸਾਈਕਲ ਚਲਾਇਆ। ਉਸ ਤੋਂ ਬਾਅਦ ਸੱਜੇ ਫੇਰ ਮੁੜ ਗਿਆ ਅਤੇ 10 ਕਿਲੋਮੀਟਰ ਚਲਾਇਆ, ਠੀਕ ਹੈ। ਤਾਂ ਉਸ ਤੋਂ ਬਾਅਦ ਕਹਿ ਰਹੇ ਨੇ, ਕਹਿੰਦੇ ਖੱਬੇ ਪਾਸੇ, ਉਸ ਤੋਂ ਬਾਅਦ ਇਹ ਖੱਬੇ ਮੁੜਿਆ। ਖੱਬਾ ਹੁਣ ਇਹ ਹੋ ਗਿਆ, ਕਿਉਂਕਿ ਉਹਦਾ ਫੇਸ ਇੱਧਰ ਵੱਲ ਨੂੰ ਹੈ ਤਾਂ ਖੱਬਾ ਹੁਣ ਇਹ ਬਣੂਗਾ, ਠੀਕ ਹੈ ਜੀ। ਤਾਂ ਖੱਬੇ ਪਾਸੇ 10 ਕਿਲੋਮੀਟਰ ਸਾਈਕਲ ਚਲਾਇਆ, ਠੀਕ ਹੈ। 10 ਕਿਲੋਮੀਟਰ ਫਿਰ ਚਲਾ ਲਿਆ ਉਹਨੇ। ਤਾਂ ਉਹ ਸਿੱਧਾ ਆਪਣੇ ਘਰ ਪਹੁੰਚਣ ਲਈ ਕਿੰਨੇ ਕਿਲੋਮੀਟਰ ਸਾਈਕਲ ਚਲਾਉਣਾ ਪਵੇਗਾ ਉਹਨੂੰ, ਜੇਕਰ ਉਹਨੇ ਸਿੱਧਾ ਪਹੁੰਚਣਾ, ਠੀਕ ਹੈ। ਤਾਂ ਮੰਨ ਕੇ ਚਲੋ ਉਹ ਇੱਥੇ ਪਹੁੰਚੇ ਹੈ। ਦੇਖੋ, ਪਹਿਲਾਂ 10 ਚਲਾਇਆ ਉਹਨੇ, ਠੀਕ ਹੈ ਜੀ। ਉਸ ਤੋਂ ਬਾਅਦ 5 ਚਲਾਇਆ, ਠੀਕ ਹੈ ਜੀ। ਉਸ ਤੋਂ ਬਾਅਦ ਉਹਨੇ ਫਿਰ 10 ਚਲਾਇਆ, ਫਿਰ 10 ਚਲਾਇਆ। ਤਾਂ ਇਸ ਤਰ੍ਹਾਂ ਉਹ ਸਾਈਕਲ ਚਲਾ ਰਿਹਾ ਹੈ। ਤਾਂ ਇਸ ਦਾ ਡਾਇਰੈਕਟ ਦੂਰੀ ਜੇਕਰ ਇੱਥੇ ਤੋਂ ਮਾਪਣੀ ਹੋਵੇ, ਦੇਖੋ ਇੱਥੇ ਤੋਂ ਮਾਪਣੀ ਹੋਵੇ 5, ਤਾਂ ਇਹ ਹੋ ਗਈ, ਇਹ 5 ਹੈ ਤਾਂ ਇਹ ਵੀ 5 ਹੋਏਗੀ, 10 ਅੱਗੇ ਸੀ 15 ਹੋ ਗਈ, ਠੀਕ ਹੈ ਜੀ। ਇਸ ਤਰੀਕੇ ਨਾਲ ਤੁਸੀਂ ਇਹਦਾ ਸੋਲੂਸ਼ਨ ਵੀ ਦੇਖ ਸਕਦੇ ਹੋ, ਇਸ ਤਰੀਕੇ ਨਾਲ, ਠੀਕ ਹੈ। ਦੇਖੋ, ਇਹਦੇ ਅਸੀਂ ਥੋੜ੍ਹਾ ਜਿਹਾ ਐਕਸਪਲੇਨ ਕਰ ਦਿੰਦੇ ਹਾਂ। ਭਾਵ ਉਹ ਇੱਥੇ ਤੋਂ ਸਟਾਰਟ ਹੋਇਆ ਸੀ, ਫਿਰ 10 ਇੱਧਰ ਗਿਆ, 5 ਕਿਲੋਮੀਟਰ ਇੱਧਰ ਗਿਆ, 10 ਗਿਆ, 10 ਗਿਆ, ਉਹ ਇਸ ਲਾਈਨ 'ਤੇ ਹੀ ਆ ਗਿਆ। ਤਾਂ ਇਹ ਇੱਥੇ ਤੋਂ 5 ਹੈ ਤਾਂ ਇੱਥੇ ਤੋਂ ਵੀ 5 ਹੋਏਗੀ, 5 ਇਹ, 10 ਇਹ, 15 ਸਾਡਾ ਰਾਈਟ ਆਨਸਰ ਹੋ ਗਿਆ, ਠੀਕ ਹੈ ਜੀ। ਇਹ ਥੋੜ੍ਹਾ ਜਿਹਾ ਅਸੀਂ ਨੇ ਸੋਲੂਸ਼ਨ ਡਾਇਗਰਾਮ ਬਣਾਇਆ ਸੀ ਤਾਂ ਕਿ ਤੁਸੀਂ ਵਧੀਆ ਸਮਝ ਜਾਓ, ਠੀਕ ਹੈ। ਦੇਖੋ ਜੀ, ਅਗਲਾ ਸਵਾਲ ਹੈ, ਸੈਕਿੰਡ ਸਵਾਲ ਹੈ ਕਿ ਦੀਪਕ ਉੱਤਰ ਵੱਲ 20 ਮੀਟਰ ਤੁਰਦਾ ਹੈ, ਠੀਕ ਹੈ। ਅਸੀਂ ਡਾਇਗਰਾਮ ਵੀ ਨਾਲ ਦੀ ਨਾਲ ਕ੍ਰੀਏਟ ਕਰਾਂਗੇ। ਦੇਖੋ ਜੀ, ਉੱਤਰ ਵੱਲ ਚੱਲਿਆ ਹੈਗਾ ਉਹ 20 ਮੀਟਰ, ਉੱਤਰ ਵੱਲ ਚੱਲਿਆ 20 ਮੀਟਰ। ਇਹਨੂੰ ਅਲੱਗ ਕਲਰ 'ਚ ਦਿਖਾ ਦਿੰਦੇ ਤੁਹਾਨੂੰ। 20 ਮੀਟਰ ਚੱਲਿਆ ਉਹ ਉੱਤਰ ਵੱਲ, ਫਿਰ ਉਹ ਖੱਬੇ ਮੁੜਦਾ। ਉਹਦਾ ਖੱਬਾ ਇਹ ਹੈ, ਧਿਆਨ ਰੱਖਿਓ, ਉਹਦਾ ਖੱਬਾ ਇਹ ਹੈ। ਤਾਂ ਦੇਖੋ 10 ਮੀਟਰ ਤੁਰਦਾ, ਉਸ ਤੋਂ ਬਾਅਦ ਉਹ 10 ਤੁਰਿਆ। ਪਹਿਲਾਂ ਉਹ ਚੱਲਿਆ ਸੀ 20, ਠੀਕ ਹੈ ਜੀ। ਫਿਰ ਚੱਲਿਆ ਉਹ 10, ਉਹ ਦੁਬਾਰਾ ਖੱਬੇ ਮੁੜਦਾ, ਇੱਥੇ ਤੋਂ ਖੱਬੇ ਮੁੜ ਕੇ ਇੱਥੇ ਪਹੁੰਚ ਗਿਆ ਸੀ, ਫਿਰ ਖੱਬੇ ਮੁੜ ਗਿਆ ਉਹ, ਠੀਕ ਹੈ ਜੀ। ਖੱਬੇ ਮੁੜਦਾ ਹੈ ਅਤੇ 20 ਮੀਟਰ ਚੱਲਦਾ। ਤਾਂ ਦੇਖੋ, ਇਹ ਵੀ 20 ਸੀ, ਇਹ 10 ਹੋ ਗਿਆ, 20 ਫਿਰ ਚੱਲ ਪਿਆ ਉਹ, ਖੱਬੇ ਮੁੜ ਕੇ 20 ਚੱਲ ਗਿਆ, ਇਹ ਵੀ 20 ਹੈ, ਠੀਕ ਹੈ। ਭਾਵ ਉਹੀ ਲਾਈਨ 'ਤੇ ਆਊਗਾ, ਦੇਖਿਓ ਉਹ। ਅਤੇ ਅੱਗੇ ਉਹ ਸੱਜੇ ਪਾਸੇ ਮੁੜਨ ਤੋਂ ਬਾਅਦ 24 ਮੀਟਰ ਅੱਗੇ ਵੱਧਦਾ, ਭਾਵ ਉਹ ਇੱਥੇ ਤੋਂ ਹੁਣ ਉਹ ਸੱਜੇ ਮੁੜਿਆ। ਤਾਂ ਇੱਥੇ ਖੜਿਆ ਸੀ ਉਹ, ਇੱਧਰ ਨੂੰ ਫੇਸ ਹੈ ਉਹਦਾ, ਜਿਹੜਾ ਉਹਦਾ ਫੇਸ ਹੈ ਉਹ ਸਾਊਥ ਭਾਵ ਦੱਖਣ ਵੱਲ ਨੂੰ ਹੈ ਹੁਣ। ਤਾਂ ਉਹਦਾ ਸੱਜਾ ਇਹੀ ਹੋਏਗਾ, ਠੀਕ ਹੈ ਜੀ। ਸੱਜਾ ਇਹੀ ਹੋ ਗਿਆ। ਤਾਂ ਉਹ 24 ਮੀਟਰ ਅੱਗੇ ਚੱਲਦਾ, ਕਿੰਨਾ ਚੱਲਦਾ ਉਹ 24 ਮੀਟਰ ਅੱਗੇ ਵੱਧਦਾ ਹੈ। ਉਹ ਆਪਣੀ ਅਸਲ ਸਥਿਤੀ ਤੋਂ ਕਿੰਨੀ ਦੂਰ ਹੈ, ਤਾਂ ਉਹਦੀ ਅਸਲ ਸਥਿਤੀ ਇਹ ਸੀ, ਓਰੀਜਨਲ ਪੁਆਇੰਟ ਇਹ ਸੀ, ਸਟਾਰਟਿੰਗ ਪੁਆਇੰਟ ਉਹਦਾ। ਤਾਂ ਦੇਖੋ 24 ਇਹ ਤਾਂ ਦਿੱਤੀ ਪਈ ਹੈ ਸਾਨੂੰ ਡਾਇਰੈਕਟ,
ठीक है जी। इत्थे तो लैके देखो इन्हूं थोड़ा जिहा अलग कलर दिखा देने तुहानूं, इत्थे तो लैके ये 24 है उहदी, ये दूरी 24 है, तो ये दूरी 10 है, ठीक है, क्योंकि इत्थों 10 है तो इत्थे भी 10 होएगी, ठीक है जी। तो हुण देखो ये असीं ऐड कर लवांगे डायरैक्ट, 24 ਅਤੇ 10 ਨੂੰ ਅਸੀਂ ऐड कर ਲੈਣੇ, नो प्रॉब्लम। इस तरीके नाल साडा 34 राइट आंसर आ गया। तो वो स्टार्टिंग पॉइंट तो असल दूरी उहदी कितनी है, 34 मीटर है। मीटर च दित्ती हुई मीटर च लिख दो, यूनिट्स सारियां सेम ने, नो प्रॉब्लम, मीटर दे च तुसीं कह सकते हो। सो इस तरीके नाल इहदा आंसर असीं ने फाइंड आउट करना सी। अगला प्रश्न है जी कि रामन उत्तर वाल मूँह करके खड़ा है। इस सवाल थोड़ा जिहा कन्फ्यूज कर सकता है, बट है बड़ा ईजी, बहुत ज़्यादा सौखा सलूशन होगा इहदा, देखियो तुसीं, पर कन्फ्यूज जरूर कर सकते जेकर तुसीं इहनूं ना समझिया। देखो रामन उत्तर वाल मूँह करके खड़ा है, भाव ਉਹ ਇੱਥੇ ਖੜਿਆ, ਇੱਥੇ ਤੋਂ ਮੰਨਦੇ ਹਾਂ ਜਦੋਂ ਸਾਨੂੰ ਕੋਈ ਸਥਿਤੀ ਨਹੀਂ ਦਿੱਤੀ ਤਾਂ ਅਸੀਂ ਡਾਇਰੈਕਟ ਮੰਨਦੇ ਵੀ ਉਹ ਵਿਚਕਾਰ ਇੱਥੇ ਖੜੇ ਹੈ, ਠੀਕ ਹੈ। ਤਾਂ ਉਹਦਾ ਫੇਸ ਹੈ ਜਿਹੜਾ ਉੱਤਰ ਵੱਲ ਨੂੰ ਹੈ। ਜੇਕਰ ਉਹ ਆਪਣੇ ਖੱਬੇ ਹੱਥ ਵੱਲ, ठीक है, भाव मान के चलो इत्थे उसका फेस है, ठीक है, फेस है ਉਹਦਾ ਉੱਤਰ ਵੱਲ ਨੂੰ है, ਇੱਥੇ ਖੜਿਆ ਉਹ, ਕਹਿੰਦੇ ਆਪਣੇ ਖੱਬੇ ਹੱਥ ਵੱਲ, ਖੱਬਾ ਹੱਥ ਉਹਦਾ ਇਹ ਹੈ, ठीक है, ਖੱਬੇ ਹੱਥ ਵੱਲ ਲਗਾਤਾਰ 8 ਮੋੜ ਮੁੜ ਜਾਵੇ ਤਾਂ ਉਸ ਦਾ ਮੁੱਖ ਕਿਸ ਦਿਸ਼ਾ ਵਿੱਚ ਹੋਏਗਾ, ठीक है। देखो ਇਹਨੂੰ ਤੁਹਾਨੂੰ ਇੱਕ ਦੇਖੋ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਅਸੀਂ ਇਹ ਗੱਲ ਡਿਸਕਸ ਕੀਤੀ ਸੀ ਕਿ ਜਦੋਂ ਉਹਨੇ ਡਾਇਰੈਕਟ ਮੋੜ ਕਹਿਤਾ ਵੀ ਉਹ ਮੋੜ ਮੁੜ ਗਿਆ ਤਾਂ ਉੱਥੇ ਅਸੀਂ ਨੇ ਇਹ ਗੱਲ ਮੰਨ ਕੇ ਚੱਲਣੀ ਹੈ ਵੀ ਉਹ 90 ਡਿਗਰੀ ਦੇ ਕੋਣ 'ਤੇ ਮੁੜਿਆ, ठीक है जी। ਇਹ ਗੱਲ ਤਰਕ है, देखो मन के चलना पैंदा सानू, क्योंकि हरेक चौथाई किन्ने दी है, 90 डिग्री दी है हरेक चौथाई, तो सानू ये मन के चलना पवेगा कि वह 90 डिग्री ते घूमदा है, ठीक है जी। ये तो बिना तो अपने को हल भी नहीं होर कोई। तो देखो जी हुण मन के चलो इत्थे फेस सी उहदा, इस वाल फेस सी, उस तो बाद वह 1 मोड़ मुड़िया, 2 मोड़ मुड़िया, 3 मुड़िया, 4 मुड़िया, 5 मोड़ मुड़िया, 6 मोड़ मुड़िया, 7 मुड़िया, 8 मुड़िया, तो वह वापस देखो इस तरह 8 मोड़ मुड़ के वो वापस उत्थे ही मूँह फेस हो गया उहदा, तो उहदा जिहड़ा फेस है वो उत्तर वाल ही है। साडा की राइट आंसर होएगा कि उहदा जिहड़ा फेस है हुण भी नॉर्थ वाल ही है, ठीक है जी। इहनूं याद रखण दा एक ट्रिक तुहानूं होर भी दस्सांगे, नो प्रॉब्लम। देखो जी ये तो असीं ने डायग्राम बना के तुहानूं हल करता, तो उस तो बिना जेकर मोड़ वाला सवाल आ जाए, ठीक है जी, मोड़ वाला सवाल आ जाए तो सब तो पहला ये देखा करो भी वो किन्ने मोड़ मुड़े, 8 मोड़ मुड़े, तो 8 नूं डायरैक्ट 4 ते भाग करके देखो, 8 नूं 4 ते कंप्लीट डिवाइड कर सकते हैं असीं, 0 आंदा है। इट मीनस वो जिस दिशा वाल भी उहदा फेस सी, जिस दिशा वाल भी उहदा फेस सी, उहदा फेस उस दिशा दे विच ही आ जाऊगा, उहदा जिहड़ा मूँह हैगा उस दिशा दे विच ही आ जाऊगा जिस दिशा तो उहने स्टार्ट कीता सी। क्योंकि देखो तुहानूं ये दोबारा एक्सप्लेन कर दिंदे थोड़ा जिहा, मन के चलो इत्थे तो 1 मोड़, 2 मोड़, 3 मोड़, 4 मोड़, 4 मोड़ां ते उहदा फेस है जिहड़ा ओह जद वो 4 टर्नां लै लैंदा हैगा, ठीक है, कि इक्को दिशा दे विच 4 लैंदा, जदों वो जिवें खब्बे 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 दी गल है ना, तो इक्को दिशा दे विच जदों वो 4 लैंदा है तो उहदा फेस सेम डायरैक्शन दे विच आ जांदा है 4 मोड़ां तो बाद, तो 4 तो बाद भी सेम च आएगा, ठीक है, सेम दिशा दे विच। उस तो बाद 8 तो 12 16 भाव 4 ਦੇ ਜਿਹੜੇ ਮਲਟੀਪਲਸ ਨੇ ਉਹਨਾਂ ਦੇ जद गिनती है मोड़ उन्हें मोड़ मुड़े ने उन्हें, तो उनका फेस है वो सेम दिशा दे विच आ जाएगा। जेकर सानू एंगल नहीं दिता होया, जेकर एंगल सानू 45 का देता, 120 का देता, 180 का, तो उत्थे अलग गल बन जाती है। उस स्थिति दे विच नहीं असीं कह रहे इहदा गलत भाव ना कर लिओ, किते गलत करिया आऊँ, ठीक है जी। देखो असीं हुण करदे हां जी अगला सवाल, तो इहदा राइट आंसर देखो तीसरे का उत्तर वाल ही मूँह आएगा, क्योंकि असीं डायरैक्ट दिशा ही दसनी सी भी किस दिशा दे विच उहदा मुख है, तो वह उत्तर वाली है। उस तो बाद है जी चौथा सवाल, सीता 25 किलोमीटर पूर्व वाल सज्जे मुड़ती है, ठीक है, सीता जी वो 25 किलोमीटर पूर्व वाल सज्जे मुड़ती है, तो 25 किलोमीटर फिर ये सवाल थोड़ा जिहा तुसीं कौमियां दे बेस ते भी समझो इनू, ठीक है जी। सीता जी 25 किलोमीटर पूर्व वाल एक दिशा लै लैने असीं, यह पूर्व है, यह पश्चिम है, ठीक है जी, भाव यह ईस्ट वाल वो कितनी गई है, 25 गई है। ये चीज़ सानू मान के चलनी पऊगी, मानी चलो इत्थे तक वो 25 चल पई, ठीक है जी। तो इत्थे देखो कौमे तो बाद अगे वाली गल नाल ऐड हुई है, वो सज्जे मुड़ती है, तो इत्थे तो उसका सज्जा किहड़ा होएगा, देखो यह सज्जा है, ठीक है, क्योंकि यह पूर्व दिशा वाल जा रही है, तो यह उसका सज्जा है, सज्जे मुड़ती है तो 25 किलोमीटर चलती है, 25 किलोमीटर फिर चली वो, ठीक है जी। इत्थे तक पहला 25 इत्थों चली सी, फिर 25 वो सज्जे मुड़ के चली है, फिर खब्बे मुड़ती है तो 30 किलोमीटर गड्डी चलाउंदी है,
ਫਿਰ ਉਸ ਤੋਂ ਬਾਅਦ ਇਹ ਹੁਣ ਉਹ ਇਸ ਦਿਸ਼ਾ ਦੇ ਵਿੱਚ ਹੈ, ਉਹਦਾ ਜਿਹੜਾ ਫੇਸ ਹੈ ਉਹ ਦੱਖਣ ਵੱਲ ਹੈ ਹੁਣ, ਤਾਂ ਹੁਣ ਦੱਖਣ ਵੱਲ ਚੱਲੀ ਬੱਚੀ ਅਤੇ ਉਸ ਤੋਂ ਬਾਅਦ ਉਹ ਖੱਬੇ ਮੁੜ ਗਈ, ਤਾਂ ਉਹਦਾ ਖੱਬਾ ਹੁਣ ਇਹ ਹੈ। ਠੀਕ ਹੈ ਜੀ, ਤਾਂ ਉਹ ਅੱਗੇ ਕਿੰਨਾ ਚੱਲੀ 30 ਕਿਲੋਮੀਟਰ। ਗੱਡੀ ਚਲਾਉਂਦੀ ਹੈ ਉਹ ਕਿਸ ਦਿਸ਼ਾ ਵੱਲ ਜਾ ਰਹੀ ਹੈ, ਤਾਂ ਦੇਖੋ ਬੜਾ ਈਜ਼ੀ ਹੋ ਗਿਆ। ਇੱਕ ਵਾਰ ਉਹ ਸੱਜੇ ਮੁੜੀ ਸੀ ਫੇਰ ਖੱਬੇ ਮੁੜ ਗਈ, ਕਾਮਨ ਸੈਂਸ ਹੈ ਤਾਂ ਸਾਡੀ। ਇੱਕ ਵਾਰ ਸੱਜੇ ਮੁੜੀ ਫੇਰ ਖੱਬੇ ਮੁੜੀ, ਭਾਵ ਉਹੀ ਦਿਸ਼ਾ ਦੇ ਵਿੱਚ ਆ ਗਈ ਉਹ। ਤਾਂ ਦੇਖੋ ਇਹਨੂੰ ਥੋੜ੍ਹਾ ਜਿਹਾ ਦੁਬਾਰਾ ਐਕਸਪਲੇਨ ਕਰ ਦਿੰਦੇ ਅਸੀਂ। ਇੱਕ ਵਾਰ ਉਹ ਇੱਥੇ ਸੱਜੇ ਮੁੜ ਗਈ ਫੇਰ ਖੱਬੇ ਮੁੜ ਗਈ, ਤਾਂ ਉਹਦਾ ਜਿਹੜਾ ਫੇਸ ਹੈ ਉਹ ਉਸ ਸਾਈਡ 'ਤੇ ਹੀ ਰਿਹਾ। ਉਹ ਕਿਸ ਦਿਸ਼ਾ ਦੇ ਵਿੱਚ ਚੱਲੀ ਸੀ, ਪੂਰਬ ਦੇ ਵਿੱਚ ਚੱਲੀ ਸੀ, ਤਾਂ ਪੂਰਬ ਹੀ ਸਾਡਾ ਰਾਈਟ ਆਨਸਰ ਹੋ ਜਾਏਗਾ ਦੁਬਾਰੇ। ਠੀਕ ਹੈ ਜੀ, ਕਿਉਂਕਿ ਪੂਰਬ ਵੱਲ ਹੀ ਉਹਦਾ ਫੇਸ ਫਿਰ ਆ ਗਿਆ। ਅਤੇ ਇੱਕ ਗੱਲ ਹੋਰ, ਇਸੇ ਸਵਾਲ ਦੇ ਨਾਲ ਅਸੀਂ ਥੋੜ੍ਹਾ ਜਿਹਾ ਕੁਛ ਹੋਰ ਵੀ ਐਡ ਕਰਨਾ ਚਾਹਾਂਗੇ। ਕਈ ਵਾਰ ਉਹ ਇੱਥੇ ਦੂਰੀ ਦੀ ਗੱਲ ਕਰ ਲੈਂਦੇ ਨੇ। ਠੀਕ ਹੈ ਜੀ, ਤਾਂ ਦੂਰੀ ਦੀ ਗੱਲ ਕਰ ਲੈਂਦੇ ਨੇ। ਦੂਰੀ ਨੂੰ ਵੀ ਤੁਸੀਂ ਦੇਖੋ ਇਸ ਬੇਸ 'ਤੇ ਹੀ ਹੱਲ ਕਰੋਗੇ। ਜਿਵੇਂ ਕਿ ਮੰਨ ਕੇ ਚੱਲੋ ਉਹ ਡਾਇਰੈਕਟ ਦੂਰੀ ਦੀ ਗੱਲ ਕਰ ਲੈਂਦੇ, ਵੀ ਜਿਵੇਂ ਅਸੀਂ ਪਹਿਲਾਂ ਦੇ ਸਵਾਲਾਂ 'ਚ ਵੀ ਕਰ ਚੁੱਕੇ ਹਾਂ, ਵੀ ਉਹ ਦੁਬਾਰੇ 25 ਚੱਲ ਪੈਂਦੀ। ਠੀਕ ਹੈ, ਮੰਨ ਕੇ ਚੱਲੋ ਉਹ 25 ਇਸ ਸਾਈਡ 'ਤੇ ਦੁਬਾਰੇ ਚੱਲ ਪੈਂਦੀ, ਇਸੇ ਲਾਈਨ ਦੇ ਵਿੱਚ ਆ ਜਾਣੀ ਸੀ ਡਾਇਰੈਕਸ਼ਨ ਦੇ ਵਿੱਚ, ਤਾਂ 25 ਉਹ ਇਹ ਚੱਲ ਗਈ, 30 ਇਹ ਚੱਲ ਗਈ। ਠੀਕ ਹੈ, ਤਾਂ ਅਸੀਂ 25 ਅਤੇ 30 ਨੂੰ ਐਡ ਕਰਕੇ ਆਨਸਰ ਕੱਢ ਸਕਦੇ ਸੀ। ਤਾਂ ਇਸ ਤਰ੍ਹਾਂ ਜ਼ਿਆਦਾਤਰ ਸਵਾਲ ਨੇ ਜੋ ਸਾਡੀ ਕਾਮਨ ਸੈਂਸ 'ਤੇ ਬੇਸਡ ਨੇ, ਵੀ ਅਸੀਂ ਖੱਬੇ ਸੱਜੇ ਨੂੰ ਕਿੰਨੇ ਕੁ ਵਧੀਆ ਤਰੀਕੇ ਨਾਲ ਸਮਝੇ। ਤਾਂ ਇਸ ਲਈ ਅਸੀਂ ਥੋੜ੍ਹਾ ਜਿਹਾ ਬੇਸਿਕ 'ਤੇ ਪਹਿਲਾਂ ਬਹੁਤ ਧਿਆਨ ਦੇ ਚੁੱਕੇ ਹਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ। ਸੋ ਉਮੀਦ ਹੈ ਕਿ ਸਮਝ ਲੱਗ ਗਿਆ ਹੋਵੇਗਾ। ਇਸ ਦਾ ਰਾਈਟ ਆਨਸਰ ਹੋਏਗਾ ਕਿ ਉਸ ਦਾ ਜਿਹੜਾ ਚੌਥੇ ਦਾ ਰਾਈਟ ਆਨਸਰ ਹੈ ਕਿ ਉਸ ਦੀ ਜਿਹੜੀ ਦਿਸ਼ਾ ਹੈ ਉਹ ਪੂਰਬ ਦੇ ਵਿੱਚ ਹੀ ਜਾ ਰਹੀ ਹੈ, ਈਸਟ ਦੇ ਵਿੱਚ ਹੀ ਉਹ ਹੁਣ ਜਾ ਰਹੀ ਹੈ। ਉਸ ਤੋਂ ਬਾਅਦ ਹੱਲ ਕਰਦੇ ਹਾਂ ਜੀ ਅਸੀਂ ਅਗਲਾ ਸਵਾਲ। ਪੰਜਵਾਂ ਸਵਾਲ ਹੈ ਜੀ ਕਿ ਇੱਕ ਆਦਮੀ ਦੱਖਣ ਵੱਲ 30 ਮੀਟਰ ਤੁਰਦਾ ਹੈ। ਠੀਕ ਹੈ ਜੀ, ਦੱਖਣ ਵੱਲ ਤੁਰਿਆ ਉਹ 30 ਮੀਟਰ, ਫਿਰ ਆਪਣੇ ਸੱਜੇ ਪਾਸੇ ਮੁੜਦਿਆਂ ਉਹ 15 ਮੀਟਰ ਤੁਰਦਾ ਹੈ। ਠੀਕ ਹੈ ਜੀ, ਦੇਖੋ ਇਹਨੂੰ ਡਾਇਗਰਾਮ ਨਾਲ ਦੀ ਨਾਲ ਐਕਸਪਲੇਨ ਕਰਾਂਗੇ ਅਸੀਂ। 30 ਮੀਟਰ ਤੁਰਦਾ ਉਹ ਦੱਖਣ ਵੱਲ। ਠੀਕ ਹੈ ਜੀ, ਇਹਨੂੰ 30 ਲਿਖ ਲਓ, ਇੱਥੋਂ ਤੱਕ ਮੰਨ ਲਓ 30 ਹੈਗਾ। ਤਾਂ ਉਹ ਆਪਣੇ ਸੱਜੇ ਪਾਸੇ ਮੁੜਦਿਆਂ, ਤਾਂ ਹੁਣ ਉਸ ਦਾ ਸੱਜਾ ਇਹ ਹੈ। ਠੀਕ ਹੈ, ਮੁੜਦਿਆਂ ਉਹ 15 ਮੀਟਰ ਤੁਰਦਾ ਹੈ, ਫਿਰ ਆਪਣੇ ਖੱਬੇ ਪਾਸੇ ਮੁੜਦਿਆਂ ਉਹ ਇਸ ਤਰ੍ਹਾਂ ਚਲਾ ਗਿਆ, ਇਸ ਸਾਈਡ ਦੇ ਦਿਸ਼ਾ ਦੇ ਵਿੱਚ ਜਾ ਰਿਹਾ ਉਹ। ਅਤੇ ਉਸ ਤੋਂ ਬਾਅਦ ਉਹਨੇ ਖੱਬਾ ਟਰਨ ਲਿਆ ਹੈਗਾ ਆਪਣਾ। ਠੀਕ ਹੈ, ਉਹਨੇ ਆਪਣਾ ਖੱਬਾ ਟਰਨ ਲਿਆ ਜਦੋਂ ਉਹ ਇਸ ਦਿਸ਼ਾ ਦੇ ਵਿੱਚ ਸੀ, ਇਸ ਦਿਸ਼ਾ ਦੇ ਵਿੱਚ। ਤਾਂ ਦੇਖੋ ਦੁਬਾਰਾ ਦੱਸ ਦਿੰਦੇ ਇਹਨੂੰ ਅਸੀਂ ਥੋੜ੍ਹਾ ਜਿਹਾ। 30 ਮੀਟਰ ਤੁਰਦਾ ਦੱਖਣ ਵੱਲ। ਠੀਕ ਹੈ ਜੀ, ਫਿਰ ਆਪਣੇ ਸੱਜੇ ਪਾਸੇ ਮੁੜਦਿਆਂ, ਸੱਜਾ ਪਾਸਾ ਉਹਦਾ ਇਹ, ਉਹਦਾ ਖੱਬਾ ਇਹ ਸੱਜਾ ਹੈ ਉਹਦਾ। ਠੀਕ ਹੈ, ਸੱਜੇ ਪਾਸੇ ਮੁੜਦਿਆਂ ਉਹ 15 ਮੀਟਰ ਤੁਰਦਾ ਇਹ। ਉਸ ਤੋਂ ਬਾਅਦ ਉਹ 15 ਮੀਟਰ ਤੁਰ ਪਿਆ, ਫਿਰ ਆਪਣੇ ਖੱਬੇ ਪਾਸੇ ਮੁੜਦਿਆਂ, ਤਾਂ ਉਸ ਦਾ ਖੱਬਾ ਜਿਹੜਾ ਦੇਖੋ ਉਹ ਹੁਣ ਇਸ ਦਿਸ਼ਾ ਦੇ ਵਿੱਚ ਆਪਣੀ ਪੱਛਮ ਦਿਸ਼ਾ ਦੇ ਵਿੱਚ ਹੈ, ਤਾਂ ਉਸ ਦਾ ਖੱਬਾ ਨੀਚੇ ਵੱਲ ਨੂੰ ਹੋਏਗਾ। ਠੀਕ ਹੈ ਜੀ, ਖੱਬੇ ਮੁੜਦਿਆਂ ਉਹ 10 ਮੀਟਰ ਚੱਲਦਾ, 10 ਮੀਟਰ ਅੱਗੇ ਚੱਲਿਆ ਉਹ। ਠੀਕ ਹੈ, 10 ਮੀਟਰ ਅੱਗੇ ਚੱਲਦਾ, ਦੁਬਾਰਾ ਖੱਬੇ ਪਾਸੇ ਮੁੜ ਜਾਂਦਾ, ਦੁਬਾਰਾ ਖੱਬੇ ਪਾਸੇ ਮੁੜ ਜਾਂਦਾ ਅਤੇ 15 ਮੀਟਰ ਤੁਰਦਾ ਹੈ, 15 ਮੀਟਰ ਤੁਰਦਾ ਹੈ। ਅਤੇ ਉਹ ਆਪਣੀ ਸ਼ੁਰੂਆਤੀ ਬਿੰਦੂ ਤੋਂ ਕਿੰਨੀ ਦੂਰ ਹੈ, ਇਹਨੂੰ ਥੋੜ੍ਹਾ ਜਿਹਾ ਇੱਕ ਵਾਰ ਦੁਬਾਰਾ ਬਣਾਉਂਦੇ ਗ੍ਰਾਫ। ਦੇਖੋ ਦਿਸ਼ਾ ਅਸੀਂ ਥੋੜ੍ਹੀਆਂ ਜਿਹੀਆਂ ਉੱਪਰ ਲੈਂਦੇ ਹਾਂ। ਦੇਖੋ ਜੀ, ਸਭ ਤੋਂ ਪਹਿਲਾਂ ਉਹ ਚੱਲਿਆ ਸੀ ਦੱਖਣ ਦੇ ਵਿੱਚ 30 ਮੀਟਰ, ਦੱਖਣ ਦੇ ਵਿੱਚ 30 ਚੱਲਿਆ ਸੀ, ਮੰਨ ਕੇ ਚਲੋ ਇੱਥੇ ਤੱਕ 30 ਚੱਲ ਪਿਆ ਉਹ। ਠੀਕ ਹੈ ਜੀ, ਉਸ ਤੋਂ ਬਾਅਦ ਕਹਿ ਰਹੇ ਨੇ, ਕਹਿੰਦੇ ਸੱਜੇ ਪਾਸੇ ਮੁੜਿਆ ਉਹ 15। ਠੀਕ ਹੈ ਜੀ, ਉਸ ਤੋਂ ਬਾਅਦ ਕਹਿੰਦੇ ਫਿਰ ਖੱਬੇ ਪਾਸੇ ਮੁੜਦਿਆਂ ਦੁਬਾਰਾ ਖੱਬੇ ਮੁੜਿਆ ਉਹ 10। ਠੀਕ ਹੈ ਜੀ, ਦੁਬਾਰਾ ਖੱਬੇ ਪਾਸੇ ਇੱਥੇ 10 ਚੱਲਣ ਤੋਂ ਬਾਅਦ ਖੱਬੇ ਫੇਰ ਮੁੜ ਗਿਆ ਉਹ, ਖੱਬੇ ਮੁੜ ਕੇ 15 ਫੇਰ ਚੱਲ ਪਿਆ। ਭਾਵ ਦੇਖੋ 30 ਸੀ, 15 ਇਹ ਸੀ, 10 ਇਹ ਸੀ, 15 ਫੇਰ ਚੱਲ ਪਿਆ। ਤਾਂ ਹੁਣ ਇਹ ਇਸ ਦਿਸ਼ਾ ਦੇ ਵਿੱਚ ਆ ਗਿਆ। ਠੀਕ ਹੈ ਜੀ, ਤਾਂ 15 ਮੀਟਰ ਚੱਲਦਾ ਹੈ, ਉਹ ਆਪਣੀ ਸ਼ੁਰੂਆਤੀ ਬਿੰਦੂ ਤੋਂ ਕਿੰਨੀ ਦੂਰ ਹੈ। ਹੁਣ ਉਹਦਾ ਜਿਹੜਾ ਬਿੰਦੂ ਹੈ, ਦੇਖੋ ਉਹਦਾ ਬਿੰਦੂ ਜਿਹੜਾ ਇਹ ਹੈ। ਠੀਕ ਹੈ ਜੀ, ਇਹ ਉਸ ਦਾ ਬਿੰਦੂ ਹੈ, ਐਂਡ ਪੁਆਇੰਟ ਹੈ ਇਹ ਉਹਦਾ। ਤਾਂ 30 ਤਾਂ ਉਹ ਇੱਥੇ ਚੱਲ ਪਿਆ ਸੀ, ਇਹ ਅਸੀਂ ਪਤਾ ਕਰਾਂਗੇ ਕਿੰਨੀ ਹੈ। ਕਾਮਨ ਸੈਂਸ ਦੇ ਨਾਲ ਪਤਾ ਕਰੋ ਵੀ ਇਹ 10 ਹੈ ਤਾਂ ਇਹ ਵੀ 10 ਹੋਏਗੀ। ਠੀਕ ਹੈ, ਇਹ 10 ਹੈ, ਇਹ 30 ਹੈ, ਤਾਂ 30 ਅਤੇ 10 ਤੋਂ ਉਹਨਾਂ ਨੂੰ ਜੋੜ ਕਰ ਦਾਂਗੇ, 40 ਸਾਡਾ ਰਾਈਟ ਆਨਸਰ ਆ ਜਾਵੇਗਾ। ਸੋ ਇਸ ਤਰੀਕੇ ਨਾਲ ਉਹ ਆਪਣੇ ਸਟਾਰਟ ਬਿੰਦੂ ਤੋਂ 40 ਮੀਟਰ ਦੂਰ ਹੈ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਅਸੀਂ ਸ਼ੁਰੂਆਤੀ ਬਿੰਦੂ ਤੋਂ ਇਹ ਦੂਰੀ ਪਤਾ ਕਰਨੀ ਸੀ। ਸੋ ਇਸ ਤਰੀਕੇ ਨਾਲ ਤੁਸੀਂ ਡਾਇਗਰਾਮ ਬਣਾ ਕੇ ਸਵਾਲਾਂ ਨੂੰ ਬੜੇ ਈਜ਼ੀ ਵੇ ਦੇ ਵਿੱਚ ਹੱਲ ਕਰ ਸਕਦੇ ਹੋ। ਉਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ ਅਗਲਾ ਸਵਾਲ ਕਿ ਇੱਕ ਸਵੇਰ ਪ੍ਰੀਤ ਸੂਰਜ ਵੱਲ ਤੁਰਨ ਲੱਗੀ। ਕੁਝ ਦੇਰ ਚੱਲਣ ਤੋਂ ਬਾਅਦ ਉਹ ਆਪਣੇ ਖੱਬੇ ਅਤੇ ਦੁਬਾਰਾ ਆਪਣੇ ਖੱਬੇ ਪਾਸੇ ਮੁੜ ਗਈ। ਕੁਝ ਦੇਰ ਚੱਲਣ ਤੋਂ ਬਾਅਦ ਉਹ ਦੁਬਾਰਾ ਸੱਜੇ, ਦੇਖੋ ਉੱਥੇ ਖੱਬੇ ਸੱਜੇ ਬਹੁਤ ਆ ਗਏ। ਤਾਂ ਇਹਨੂੰ ਡਾਇਗਰਾਮ ਦੇ ਨਾਲ ਅਸੀਂ ਥੋੜ੍ਹਾ ਜਿਹਾ ਧਿਆਨ ਨਾਲ ਹੱਲ ਕਰਨਾ ਪਊਗਾ। ਦੇਖੋ ਜੀ, ਪ੍ਰੀਤ ਕੀ ਕਹਿ ਰਹੇ ਨੇ, ਕਹਿੰਦੇ ਸਵੇਰ। ਇੱਕ ਤਾਂ ਦੇਖੋ ਇੱਥੇ ਇਹ ਵੀ ਕਾਮਨ ਸੈਂਸ ਬਣਦੀ ਹੈ ਕਿ ਸਵੇਰ ਕਿਹਾ ਅਤੇ ਸੂਰਜ ਦੀ ਗੱਲ ਕੀਤੀ ਗਈ ਹੈ। ਤਾਂ ਸਵੇਰੇ ਜਿਹੜਾ ਸੂਰਜ ਹੈ ਉਹ ਪੂਰਬ ਵੱਲ ਹੁੰਦਾ। ਠੀਕ ਹੈ, ਪੂਰਬ ਵੱਲ ਹੋਏਗਾ। ਤਾਂ ਦੇਖੋ ਕੁਝ ਦੇਰ ਚੱਲਣ ਤੋਂ ਬਾਅਦ, ਭਾਵ ਸਾਨੂੰ ਦੂਰੀਆਂ ਦਾ ਇੱਥੇ ਕੋਈ ਚੱਕਰ ਨਹੀਂ, ਦੂਰੀਆਂ ਅਸੀਂ ਕਿੰਨੀ ਮਰਜ਼ੀ ਲੈ ਲੈਂਦੇ ਹਾਂ। ਮੰਨ ਕੇ ਚਲੋ ਇਸ ਤਰ੍ਹਾਂ ਚੱਲੀ ਗਈ ਉਹ। ਠੀਕ ਹੈ,
ਚੱਲਣ ਤੋਂ ਬਾਅਦ ਉਹ ਆਪਣੇ ਖੱਬੇ ਮੁੜਦੀ ਹੈ, ਖੱਬਾ ਉਹਦਾ ਇਹ ਹੈ, ਠੀਕ ਹੈ ਜੀ। ਅਤੇ ਦੁਬਾਰਾ ਖੱਬੇ ਮੁੜਦੀ ਹੈ, ਦੁਬਾਰਾ ਖੱਬੇ ਮੁੜੀ, ਠੀਕ ਹੈ ਜੀ। ਇੱਥੇ ਤੋਂ ਮੁੜੀ ਸੀ, ਦੁਬਾਰਾ ਖੱਬੇ ਮੁੜੀ ਅਤੇ ਖੱਬੇ ਪਾਸੇ ਮੁੜ ਗਈ। ਫਿਰ ਕੁਝ ਦੇਰ ਚੱਲਣ ਤੋਂ ਬਾਅਦ ਉਹ ਦੁਬਾਰਾ ਸੱਜੇ ਮੁੜ ਗਈ, ਠੀਕ ਹੈ ਜੀ। ਦੁਬਾਰਾ ਉਹ ਕਿੱਧਰ ਮੁੜ ਗਈ? ਸੱਜੇ। ਤਾਂ ਉਹਦਾ ਸੱਜਾ ਹੁਣ ਉੱਪਰ ਵੱਲ ਨੂੰ ਹੋ ਗਿਆ। ਤਾਂ ਹੁਣ ਦੇਖੋ ਦੁਬਾਰਾ ਚੱਲਣ ਤੋਂ ਬਾਅਦ ਉਹ ਦੁਬਾਰਾ ਸੱਜੇ ਮੁੜ ਗਈ। ਹੁਣ ਉਹ ਕਿਸ ਦਿਸ਼ਾ ਦੇ ਵਿੱਚ ਹੈ? ਤਾਂ ਉਸ ਦੀ ਦਿਸ਼ਾ ਜਿਹੜੀ ਉੱਪਰ ਵਾਲੀ ਹੈ, ਤਾਂ ਉੱਪਰ ਉਸ ਦੀ ਉੱਤਰ ਦਿਸ਼ਾ ਹੈ, ਠੀਕ ਹੈ ਜੀ। ਉੱਤਰ ਸਾਡਾ ਰਾਈਟ ਆਨਸਰ ਆ ਜਾਣਾ ਸੀ ਇੱਥੇ। ਦੇਖੋ ਇਹਨੂੰ ਥੋੜ੍ਹਾ ਜਿਹਾ ਅਲੱਗ ਕਲਰ ਦੇ ਵਿੱਚ ਲਿਖਦੇ ਹਾਂ ਅਸੀਂ। ਉਹ ਪਹਿਲਾਂ ਚੱਲੀ ਸੀ ਸੂਰਜ ਵੱਲ, ਉਸ ਤੋਂ ਬਾਅਦ ਉਹਨੇ ਲਿਆ ਸੀ ਆਪਣੇ ਖੱਬੇ ਮੁੜੀ ਸੀ, ਉਸ ਤੋਂ ਬਾਅਦ ਦੁਬਾਰਾ ਖੱਬੇ ਮੁੜ ਜਾਂਦੀ ਹੈ। ਕੁਝ ਦੇਰ ਚੱਲਣ ਤੋਂ ਬਾਅਦ ਉਹ ਦੁਬਾਰਾ ਸੱਜੇ ਮੁੜ ਜਾਂਦੀ ਹੈ, ਉੱਪਰ ਵੱਲ ਨੂੰ ਹੋ ਗਿਆ ਨਾ ਫੇਸ। ਉੱਪਰ ਕਿਹੜਾ ਹੈਗਾ? ਆਪਣੀ ਉੱਤਰ ਦਿਸ਼ਾ ਹੈ, ਠੀਕ ਹੈ ਜੀ। ਉੱਤਰ ਦਿਸ਼ਾ ਹੈ ਤਾਂ ਉਹ ਨਾਰਥ ਦੇ ਵਿੱਚ ਜਾ ਰਹੀ ਹੈ, ਠੀਕ ਹੈ। ਉਸ ਦੀ ਦਿਸ਼ਾ ਕਿਸ ਵੱਲ ਹੈਗੀ? ਉੱਤਰ ਵੱਲ ਹੈ, ਉੱਪਰ ਵੱਲ ਨੂੰ ਹੈ। ਤਾਂ ਇਸ ਤਰ੍ਹਾਂ ਡਾਇਗਰਾਮ ਬਣਾ ਕੇ ਇਹਨਾਂ ਸਵਾਲਾਂ ਨੂੰ ਅਸੀਂ ਹੱਲ ਕਰਨਾ ਸੀ। ਸੋ ਇਸ ਦਾ ਰਾਈਟ ਆਨਸਰ ਹੋਏਗਾ ਕਿ ਉਹ ਦਿਸ਼ਾ ਕਿਹੜੀ ਵੱਲ ਜਾ ਰਹੀ ਹੈ? ਉੱਤਰ ਦੇ ਵੱਲ। ਹੁਣ ਅਸੀਂ ਡਿਸਕਸ ਕਰਦੇ ਹਾਂ ਜੀ ਅਗਲਾ ਸਵਾਲ। ਸੁਮਨ 5 ਕਿਲੋਮੀਟਰ ਉੱਤਰ ਵੱਲ, ਠੀਕ ਹੈ ਜੀ। ਨਾਲ ਦੀ ਨਾਲ ਡਾਇਗਰਾਮ ਬਣਾ ਲੈਂਦੇ ਹਾਂ। ਸੁਮਨ 5 ਕਿਲੋਮੀਟਰ ਉੱਤਰ ਵੱਲ, ਠੀਕ ਹੈ ਜੀ। ਉੱਤਰ ਵੱਲ ਉਹ ਗਈ 5 ਕਿਲੋਮੀਟਰ ਅਤੇ 20 ਕਿਲੋਮੀਟਰ ਗੱਡੀ ਚਲਾਉਂਦੀ ਹੈ ਸੱਜੇ ਮੁੜ ਕੇ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਕੀ ਕੀਤਾ? ਉਹਨੇ ਆਪਣੇ ਸੱਜੇ ਮੁੜ ਗਈ। ਤਾਂ ਉਹਦਾ ਜਿਹੜਾ ਸੱਜਾ ਇਹ ਹੈ, ਠੀਕ ਹੈ। ਤਾਂ 20 ਕਿਲੋਮੀਟਰ ਉਹਨੇ ਗੱਡੀ ਚਲਾਤੀ, ਠੀਕ ਹੈ ਜੀ। ਉਸ ਤੋਂ ਬਾਅਦ ਚਲਾਉਂਦੀ ਹੈ, ਫਿਰ ਖੱਬੇ ਮੁੜਦੀ ਹੈ, ਫਿਰ ਉਹ ਖੱਬੇ ਮੁੜ ਜਾਂਦੀ ਹੈ, ਠੀਕ ਹੈ ਜੀ। ਉਹ ਕਿਸ ਦਿਸ਼ਾ ਵੱਲ ਜਾ ਰਹੀ ਹੈ? ਤਾਂ ਇਹ ਵੀ ਉੱਤਰ ਆਊਗਾ ਆਨਸਰ, ਠੀਕ ਹੈ ਜੀ। ਦੇਖੋ ਇਹਨੂੰ ਥੋੜ੍ਹਾ ਜਿਹਾ ਅਸੀਂ ਦੁਬਾਰਾ ਐਕਸਪਲੇਨ ਕਰਾਂਗੇ। 5 ਕਿਲੋਮੀਟਰ ਉੱਤਰ ਵੱਲ ਗਈ ਸੀ, ਉਸ ਤੋਂ ਬਾਅਦ ਉਹ ਸੱਜੇ ਮੁੜਦੀ ਹੈ, ਸੱਜਾ ਇਹ ਹੈ ਉਹਦਾ, ਠੀਕ ਹੈ ਜੀ। ਉਸ ਤੋਂ ਬਾਅਦ 20 ਮੀਟਰ ਗੱਡੀ ਚਲਾਉਂਦੀ ਹੈ, 20 ਮੀਟਰ ਗੱਡੀ ਚਲਾ ਲਈ, ਠੀਕ ਹੈ। ਇੱਧਰ ਮੁੜ ਕੇ 20 ਮੀਟਰ ਚਲਾ ਲਈ ਅਤੇ ਉਸ ਤੋਂ ਬਾਅਦ ਉਹ ਕਿਹੜੀ ਸਾਈਡ 'ਤੇ ਮੁੜ ਗਈ? ਫਿਰ ਖੱਬੇ ਮੁੜਦੀ ਹੈ। ਇਸ ਖੱਬੇ ਮੁੜ ਕੇ ਰੁਕ ਗਈ, ਐਂ ਲਗਾ ਲਓ, ਠੀਕ ਹੈ। ਤਾਂ ਉਹ ਹੁਣ ਕਿਸ ਦਿਸ਼ਾ ਵੱਲ ਜਾ ਰਹੀ ਹੈ? ਉਹਦੀ ਜਿਹੜੀ ਦਿਸ਼ਾ ਹੈ ਉਹ ਉੱਪਰ ਵੱਲ ਨੂੰ ਹੈ, ਨਾਰਥ ਵੱਲ ਨੂੰ ਹੈ। ਤਾਂ ਇੱਥੇ ਸਾਡਾ ਰਾਈਟ ਆਨਸਰ ਹੋਏਗਾ ਉੱਤਰ, ਜਾਂ ਕਹਿ ਲਓ ਨਾਰਥ। ਉਹ ਨਾਰਥ ਦਿਸ਼ਾ ਦੇ ਵਿੱਚ ਹੁਣ ਜਾ ਰਹੀ ਹੈ। ਸੋ ਇਸ ਤਰੀਕੇ ਨਾਲ ਇਹਨੂੰ ਅਸੀਂ ਹੱਲ ਕਰਨਾ ਸੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਅਸੀਂ ਹੁਣ ਪ੍ਰੈਕਟਿਸ ਸੀਰੀਜ਼ ਵੀ ਚਲਾਵਾਂਗੇ ਤਾਂ ਕਿ ਕਿਸੇ ਦੋਸਤ ਦਾ ਫਾਇਦਾ ਹੋ ਸਕੇ। ਸਾਡਾ ਤਾਂ ਇਹੀ ਮਕਸਦ ਹੁੰਦਾ ਹੈ, ਠੀਕ ਹੈ ਜੀ। ਬਾਕੀ ਆਪਣੇ ਦੋਸਤਾਂ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਵੱਡੀ ਮਿਹਨਤ ਲੱਗਦੀ ਵੀਡੀਓ ਬਣਾਉਣ 'ਤੇ, ਠੀਕ ਹੈ ਜੀ। ਚਲੋ ਅਗਲਾ ਸਵਾਲ ਕਰਦੇ ਹਾਂ ਜੀ ਹੁਣ ਅਸੀਂ। ਸਵਾਲ ਨੰਬਰ 8। ਬਲਵਿੰਦਰ ਪੂਰਬ ਵੱਲ ਮੂੰਹ ਕਰਕੇ ਖੜ੍ਹਾ ਹੈ, ਠੀਕ ਹੈ ਜੀ। ਬਲਵਿੰਦਰ ਹੈਗਾ ਉਹ ਪੂਰਬ ਵੱਲ ਮੂੰਹ ਕਰਕੇ ਖੜ੍ਹਾ ਹੈਗਾ, ਠੀਕ ਹੈ। ਦਿਸ਼ਾ ਬਣਾ ਲਈ। ਤਾਂ ਉਹਦਾ ਜਿਹੜਾ ਫੇਸ ਹੈ ਇਸ ਸਾਈਡ 'ਤੇ ਹੈ, ਕਿਸ ਸਾਈਡ 'ਤੇ? ਪੂਰਬ ਵੱਲ। ਜੇਕਰ ਉਹ ਆਪਣੇ ਸੱਜੇ ਹੱਥ ਵੱਲ ਲਗਾਤਾਰ 9 ਸਮਕੋਣੀ ਮੋੜ ਮੁੜ ਜਾਵੇ ਤਾਂ ਹੁਣ ਉਸ ਦਾ ਮੁੱਖ ਭਾਵ ਜਿਹੜਾ ਫੇਸ ਹੈ ਉਹਦਾ ਕਿਸ ਦਿਸ਼ਾ ਵੱਲ ਹੈ, ਠੀਕ ਹੈ ਜੀ। ਤਾਂ ਇੱਥੇ ਜਿਹੜਾ ਅਸੀਂ ਪਹਿਲਾਂ ਸਵਾਲ ਕਰ ਚੁੱਕੇ ਹਾਂ ਉਹਦੇ ਨਾਲ ਦਾ, ਬਟ ਇੱਥੇ ਥੋੜ੍ਹਾ ਜਿਹਾ ਸਾਨੂੰ ਕੋਮਨ ਸੈਂਸ ਦੁਬਾਰਾ ਹੀ ਵਰਤਣੀ ਪਵੇਗੀ। ਸਿਰਫ ਇਹ ਨਾ ਸੋਚ ਲਓ ਵੀ ਬਸ ਉਹ 9 ਮੋੜ ਮੁੜ ਗਿਆ, ਉਸੇ ਦਿਸ਼ਾ 'ਚ ਆ ਗਿਆ। ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ 9 ਮੋੜ ਮੁੜਿਆ, ਉਹ ਸਮਕੋਣੀ ਮੋੜ ਮੁੜਿਆ। ਕੋਣ ਵੀ ਦੇਤਾ ਸਾਨੂੰ ਸਮਕੋਣੀ, ਭਾਵ 90 ਡਿਗਰੀ ਦੇ ਮੋੜ ਮੁੜਿਆ ਉਹ, ਠੀਕ ਹੈ ਜੀ। ਤਾਂ ਦੇਖੋ ਇੱਥੇ ਅਸੀਂ ਕੋਮਨ ਸੈਂਸ ਲਗਾਉਂਦੇ ਹਾਂ। ਪਹਿਲਾਂ ਤਾਂ 4 ਮੋੜ ਮੁੜ ਕੇ ਉਹ ਵਾਪਸ ਉੱਥੇ ਆ ਗਿਆ, ਠੀਕ ਹੈ ਜੀ। ਫਿਰ 4 ਮੋੜ ਮੁੜਿਆ ਤਾਂ ਵਾਪਸ ਉਹ ਉੱਥੇ ਆ ਗਿਆ। ਉਸਦਾ ਜਿਹੜਾ ਫੇਸ ਹੈ ਉਹ ਕਿਸ ਵੱਲ ਆ ਗਿਆ? ਇਹਨਾਂ ਨੇ ਸੱਜੇ ਕਿਹਾ, ਸੱਜੇ ਵੀ ਉਸੇ ਤਰ੍ਹਾਂ ਆਊਗਾ, ਨੋ ਪ੍ਰੋਬਲਮ। ਦੇਖੋ ਥੋੜ੍ਹਾ ਜਿਹਾ ਇਸਨੂੰ ਸੱਜੇ ਤੋਂ ਬਣਾ ਲਓ। ਉਹ ਸੱਜੇ ਮੁੜਿਆ ਸੀ ਇਸ ਵੱਲ, ਠੀਕ ਹੈ ਜੀ, ਕਿਉਂਕਿ ਉਹਦਾ ਹੱਥ ਸੱਜਾ ਇਹ ਹੈ ਨਾ। ਤਾਂ ਸੱਜੇ ਪਾਸੇ ਉਹ 9 ਮੋੜ ਮੁੜੇਗਾ। ਤਾਂ ਦੇਖੋ ਉਸ ਤੋਂ ਬਾਅਦ ਇੱਥੇ ਪਹੁੰਚ ਗਿਆ ਉਹ 8 ਮੋੜਾਂ ਤੋਂ ਬਾਅਦ ਪਹੁੰਚੇ ਇੱਥੇ, ਠੀਕ ਹੈ। ਕਿਉਂਕਿ 4 8 ਮੋੜਾਂ ਤੋਂ ਬਾਅਦ ਉਹਦਾ ਫੇਸ ਹੈ ਜਿਹੜਾ ਉਹ ਹੁਣ ਵੀ ਪੂਰਬ ਵੱਲ ਹੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਕਹਿੰਦੇ 1 ਮੋੜ ਹੋਰ ਮੋੜਨਾ ਪਊਗਾ, ਫਿਰ 9 ਮੋੜ ਬਣਨਗੇ। ਤਾਂ 1 ਮੋੜ ਅਸੀਂ ਨੇ ਹੋਰ ਮੋੜਤਾ, ਠੀਕ ਹੈ। ਤਾਂ ਹੁਣ ਉਹਦਾ ਜਿਹੜਾ ਫੇਸ ਹੈ ਹੇਠਾਂ ਭਾਵ ਦੱਖਣ ਦੇ ਵੱਲ ਹੈ, ਠੀਕ ਹੈ। ਤਾਂ ਜਿਹੜਾ ਉਹਦਾ ਮੁੱਖ ਹੈ, ਮੂੰਹ ਹੈ, ਉਹ ਹੁਣ ਦੱਖਣ ਦੇ ਵੱਲ ਹੈ। ਤਾਂ ਸਾਡਾ ਰਾਈਟ ਆਨਸਰ ਕੀ ਹੋ ਜਾਵੇਗਾ ਇੱਥੇ? ਦੱਖਣ ਭਾਵ ਸਾਊਥ, ਠੀਕ ਹੈ। ਦੱਖਣ ਭਾਵ ਸਾਊਥ ਦੇ ਵੱਲ। ਤਾਂ ਇਹ ਸਵਾਲ ਦਾ ਆਨਸਰ ਹੋਣਾ ਸੀ। ਤਾਂ ਜਦੋਂ ਮੋੜਾਂ ਦੀ ਗੱਲ ਆ ਜੇ ਨਾ ਤਾਂ ਉੱਥੇ ਡਾਇਰੈਕਟ ਉਹਨਾਂ ਨੂੰ 4 'ਤੇ ਭਾਗ ਕਰਕੇ ਬਾਕੀਆਂ ਨੂੰ ਤਾਂ ਸਾਈਡ 'ਤੇ ਕਰ ਦਿਓ, ਠੀਕ ਹੈ। ਤਾਂ ਬਾਕੀ ਕਿੰਨਾ ਆਇਆ ਸੀ? 1 ਆਇਆ ਸੀ। ਜਦੋਂ ਅਸੀਂ 9 ਨੂੰ 4 'ਤੇ ਵੰਡਦੇ ਹਾਂ ਤਾਂ 1 ਬਾਕੀ ਆਉਂਦਾ, ਭਾਵੇਂ 1 ਮੋੜ ਕੇ ਦੇਖ ਲਓ ਉਹਨੂੰ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖੋ ਵੀ ਕੋਣ ਜੇਕਰ 45 ਡਿਗਰੀ ਦੇ ਦਿੱਤਾ ਨਾ ਫੇਰ ਨਹੀਂ ਹੁੰਦਾ। ਅਤੇ ਇੱਕ ਗੱਲ ਹੋਰ ਦੇਖੋ, ਇੱਥੇ ਗੱਲ ਚੱਲ ਪਈ ਤਾਂ ਐਕਸਪਲੇਨ ਕਰ ਦਿੰਦੇ ਹਾਂ। ਦੇਖੋ ਇਹ ਹਰੇਕ ਜਿਹੜਾ ਆਪਣਾ ਕੁਆਡਰੇਟ ਹੁੰਦਾ, ਹਰੇਕ ਚੌਥਾਈ ਹੁੰਦੀ ਹੈ, ਇਹ 90 ਡਿਗਰੀ ਦੀ ਹੈ। ਜੇਕਰ 45 ਡਿਗਰੀ 'ਤੇ ਉਹ ਟਰਨ ਲੈ ਰਿਹਾ ਹੈ, 45 ਡਿਗਰੀ 'ਤੇ ਮੁੜ ਰਿਹਾ, ਉਹ ਘੁੰਮ ਰਿਹਾ ਹੈ, ਤਾਂ ਇਹ ਦੇਖੋ ਇਹਨੂੰ ਅਸੀਂ ਹੁਣ 4 ਤੇ 4 8 ਹਿੱਸਿਆਂ 'ਚ ਵੰਡ ਲੈਂਦੇ ਹਾਂ। 45 ਇੱਥੇ ਬਣ ਗਿਆ, ਠੀਕ ਹੈ। ਦੇਖੋ ਇਹ 90 ਸੀ, 90 ਦਾ ਅੱਧ 45 ਬਣਦਾ। ਤਾਂ 1 ਮੋੜ 2 ਮੋੜ 3 4
5 6 7 8। ਤਾਂ जेकर 45 डिग्री का कोण होवे ना, तो 8 मोड़ां ते सेम फेस आएगा ਉਹਦਾ, ठीक है। तो जेकर 45 डिग्री की गल करी हुई है सवाल ਦੇ ਵਿੱਚ, ਤਾਂ ਤੁਸੀਂ ਉੱਥੇ नो प्रॉब्लम 8 डायरैक्शन दे के ਉਹਨੂੰ 8 मोड़ के ਇੱਕੋ ਦਿਸ਼ਾ ਦੇ ਵਿੱਚ ਜਦੋਂ ਉਹਨੇ 8 मोड़ ਲੈ ਲਏ, ਤਾਂ ਉਹਦਾ ਜਿਹੜਾ ਫੇਸ ਹੋਏਗਾ ਉਹ ਸੇਮ ਦਿਸ਼ਾ ਦੇ ਵਿੱਚ ਆ ਜਾਊਗਾ। ਦੇਖੋ ਮੰਨ ਕੇ ਚੱਲੋ ਜਿਹੜਾ ਪਿਛਲਾ ਇਹੀ ਸਵਾਲ ਲਗਾ ਲਓ, ਇਹੀ ਸਵਾਲ ਅਸੀਂ ਲਗਾ ਕੇ ਦੇਖਦੇ ਹਾਂ ਵੀ ਜੇਕਰ ਉਹ 45 डिग्री ਦੇ ਕੋਣ ਮੁੜਦਾ ਹੈ, ਤਾਂ ਦੇਖੋ ਹੁਣ ਉਹ ਇੱਥੇ 1 ਮੁੜ ਗਿਆ, 2 3 4 5 6 7 8, ठीक है। 8 मोड़ मुड़ गया, खब्बे मुड़े इस सवाल के सज्जे सी, नो प्रॉब्लम, ठीक है जी। तो देखो वो इस तरह मोड़ मुड़ गया, तो उस तो बाद एक मोड़ है जो 45 का मुड़ेगा, तो वह इत्थे फेस आएगा, ठीक है जी। तो इस तरीके ये चीज़ का ध्यान रखियो कोण का। जो कोण कहा नहीं डायरैक्ट मोड़ की गल कहती, तो उत्थे असीं 90 डिग्री का कोण लै सकते हैं, नो प्रॉब्लम। हुण असीं करते हैं जी अगला सवाल। मणि उत्तर वाल 100 किलोमीटर चलता है, उत्थों वो दक्षिण वाल 60 किलोमीटर तुरदा है, फिर वह पूर्व वाल 30 किलोमीटर तुरता है। वह अपने शुरुआती बिंदु के संदर्भ में कितनी दूर ते किस दिशा के विच है। इहदे नाल सवाल वैसे पाइथागोरस लगूगी, पाइथागोरस नाल दे सवाल असीं पहलां भी कर चुके हैं, ठीक है जी। कुछ दोस्तों ने वीडियो नहीं देखी तो प्लीज़ देख लियो, चैनल के उत्ते अवेलेबल हैगी अपनी वीडियो पहलां वाली, उहदे विच बेसिक भी समझाया सी डायरैक्शन वाले दा, ठीक है जी। तो देखो वह किस वाल चलिया, उत्तर वाल वो 100 किलोमीटर चल पिया, ठीक है जी, 100 किलोमीटर चल पिया। तो उस तो बाद ਉਹ दक्षिण वाल, तो दक्षिण वाल सानू पता है भी ਉਹਨੂੰ ਦੁਬਾਰੇ घुमाना पऊगा, 180 डिग्री ते घूमना पऊगा। तो देखो कॉमन सेंस है, सानू कोण नहीं दिते तो नो प्रॉब्लम, तो वो दोबारा इस साइड ते आवेगा, ठीक है जी। इस साइड ते वो 60 किलोमीटर आ गया, ठीक है जी, वापस वो 60 चलिया आ। तो देखो हुण इत्थे तो उन्हें की कीता, 60 चलिया तो फिर वो पूर्व वाल मुड़िया, ठीक है, पूर्व वाल वो 30 किलोमीटर चलिया, ठीक है जी। तो वह अपने शुरुआती बिंदु के संदर्भ में कितनी दूर ते किस दिशा के है। सब तो पहले तो दिशा की गल कर लो, ये नॉर्थ है, ठीक है जी, ये नॉर्थ है, ये ईस्ट है, तो वह नॉर्थ ईस्ट दिशा के है, भाव वो उत्तर पूर्व दिशा के है, ठीक है। तो तुसीं ध्यान रख लिया। तो हुण देखो इत्थे लगाने असीं, ये सारी दूरी सी जी 100 सी, 60 वो वापस आ गया, भाव इत्थे 40 बच गई, ठीक है, 40 दूरी इत्थे बच गई। ये दूरी सानू पता है कि कितनी है, 30 है, ठीक है। तो जो तुहानूं की दस्सिया भी कोण भी आपां नूं दिता नहीं होया कोई, तो इहदा भाव वो 90 डिग्री ते ही घुमिया होना, ठीक है। तो इत्थे एक समकोणी त्रिभुज बन जाएगी, देखो इस तरीके नाल एक दिशा ये दसनी असीं ने दूरी कितनी है, तो यह सारी है जी, ये सारी एक समकोणी त्रिभुज बन गई जिहदे उत्ते असीं पाइथागोरस लगा सकते हैं। तो पाइथागोरस लगाउण दा तुहानूं होर भी थोड़ा जिहा ईजी वे दस दिंदे आ, ठीक है जी। इत्थे कोणां दी दिशावां ने जिहड़ियां ओह लगभग समान अनुपात दे विच ने, 0 नाल 0 कैंसल करो, क्यों असीं ने वाधू दी एक्सप्लेनेशन करनियां नहीं, ठीक है। तो इनू असीं लंब मान लैने आ, इनू असीं आधार मान लैने आ, 3 दा वर्ग प्लस 4 दा वर्ग करते हैं, ठीक है जी। यह बनता 9 जोड़ 16, 9 जोड़ 16, यह बनता साडे कोल 25। तो 25 है जिहड़ा ओह काहदा वर्ग है, 5 दा, यानी कि 25 दा जिहड़ा वर्गमूल है, स्केयर रूट है जिहड़ा इसका वो 5 होएगा, तो यह जिहड़ी दूरी है ऑटोमैटिकली 5 हो जाएगी। तो वह अपने हुण जेकर देखो शुरुआती बिंदु के संदर्भ में वो कितनी दूर है, 5 किलोमीटर दूर है, ठीक है जी। तो देखो इत्थे 5 ना, तुसीं 1 मिनट इत्थे भी गड़बड़ कर सकते हो, तुसीं इत्थे 50 लगा लियो, क्योंकि अपने 0 कैंसल कर ली सी, बट ये नहीं मनते आंसर दे विच कई बार, ठीक है। तो तुहानूं सौखे लई दस्सिया सी, तो नो प्रॉब्लम अनुपात बराबर कढ के असीं ने तरीका लिखा लिया सी। तो तुसीं डायरैक्ट 30 ते 40 ते पाइथागोरस अप्लाई करके भी कढ दिओ, नो प्रॉब्लम। तो इस तरीके नाल इस सवाल का आंसर साडा आ चुका है। उस तो बाद असीं गल करते हैं जी अगले सवाल की, जो इस वीडियो का लास्ट प्रश्न है। राणी दक्षिण वाल 10 किलोमीटर चलती है, दक्षिण वाल चली वो 10 किलोमीटर, फिर वो सज्जे मुड़ती है। देखो जी राणी है वो दक्षिण वाल चली 10 किलोमीटर, उस तो बाद वो सज्जे मुड़ती है, तो इसका सज्जा यही होएगा, ठीक है जी। सज्जे मुड़ के वो 12 किलोमीटर चलती है, ठीक है जी। सज्जे मुड़ती है तो 12 किलोमीटर चलती है, वो दोबारा सज्जे मुड़ती है, दोबारा सज्जे मुड़ती है तो 10 किलोमीटर चलती है। 10 चली सी, फिर 12 चली, फिर 10 चली वो, ठीक है। अपने खब्बे पासे मुड़ती है, फिर वो खब्बे पासे मुड़ती है, तो सीधा चलना शुरू कर दो, किस दिशा वाल जा रही है ये गल दसनी असी ने। तो देखो कॉमन सेंस है साडा, पश्चिम वाल जा रही है, ठीक है। इस वाल सी, इस वाल सी, इस वाल सी, पश्चिम वाल जा रही है, खड़ी वो इत्थे सी। तो इस तरह जेकर दूरी कढ़नी होंदी इहदी, ठीक है, तो ये दूरी भी मान चलो दिती होंदी, तो इत्थे तो असीं डायरैक्ट दूरी फाइंड कर सकते सी, 12 बन जाना सी, ठीक है जी। तो वो
ਕਿਸ ਪੱਛਮ ਦਿਸ਼ਾ ਦੇ ਵਿੱਚ ਜਾ ਰਹੀ ਹੈ। ਇਸ ਤਰੀਕੇ ਨਾਲ ਇਸ ਸਵਾਲ ਨੂੰ ਅਸੀਂ ਹੱਲ ਕਰਨਾ ਸੀ। ਸੋ ਇਹ ਵੀਡੀਓ ਇੱਥੇ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਕੱਲ੍ਹ ਦੋਸਤਾਂ ਦੇ ਕਮੈਂਟ ਵੀ ਵਧੀਆ ਆ ਰਹੇ ਨੇ, ਰਿਸਪੌਂਸ ਮਿਲ ਰਿਹਾ ਹੈ। ਸੋ ਸਾਰਿਆਂ ਦਾ ਉਹਦੇ ਲਈ ਵੀ ਬਹੁਤ ਬਹੁਤ ਸਪੈਸ਼ਲੀ ਧੰਨਵਾਦ। ਜੇਕਰ ਇਹ PDF ਪ੍ਰਾਪਤ ਕਰਨੀ ਤਾਂ ਟੈਲੀਗ੍ਰਾਮ 'ਤੇ ਵਿਜ਼ਿਟ ਕਰ ਲਿਓ। ਉੱਥੇ ਕਈ ਵਾਰ PPT ਸ਼ੇਅਰ ਹੋ ਜਾਂਦੀ ਹੈ, ਉਹ ਕਈ ਦੋਸਤਾਂ ਕੋਲ ਨਹੀਂ ਖੁੱਲ੍ਹਦੀ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਸਕਰੀਨਸ਼ਾਟ ਲੈ ਕੇ ਹੀ ਤੁਹਾਨੂੰ ਉੱਥੇ ਸੈਂਡ ਕਰ ਦਈਏ। ਸੋ ਥੈਂਕਸ ਫਾਰ ਇਟ।